ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਤੇ ਆਪਾਂ ਇਕਬਾਲ ਜੀ ਆਪਾਂ ਜੀ। ਆਪਣਾ ਕਰ ਰਹੇ ਹੈਗੇ ਆ 1000 ਸਾਲਾ ਬਾਦਸ਼ਾਹੀ ਮਿਲੇਨੀਅਮ ਦੇ ਬਾਰੇ ਬਹੁਤ ਕੁਝ ਸਿੱਖ ਰਹੇ ਹਾਂ। ਬਹੁਤੀਆਂ ਚੀਜ਼ਾਂ ਰੱਬ ਨੇ ਸਾਰਾ ਕੁਝ ਪਰਮੇਸ਼ਰ ਨੇ ਡਿਟੇਲ ਦੇ ਵਿੱਚ ਦੱਸਿਆ ਕੀ ਹੋਣਾ, ਕਿਸ ਤਰ੍ਹਾਂ ਹੋਣਾ, ਸਾਰਾ ਬੰਦੋਬਸਤ ਕੀ ਸਾਰਾ ਹੋਣਾ। ਹਾਂਜੀ, ਤੇ ਹਜ਼ਾਰਾਂ ਸਾਲ ਪਹਿਲੇ, ਹਾਂਜੀ, ਹਜ਼ਾਰਾਂ ਸਾਲ ਪਹਿਲਾਂ ਲਿਖਿਆ ਦੱਸਿਆ ਤੇ ਉਹੀ ਹੋਣਾ ਹਾਂ ਜੀ। ਤੇ ਰੱਬ ਨੂੰ ਸਾਰਾ ਕੁਝ, ਰੱਬ ਦੇ ਅੱਗੇ ਤਾਂ ਜੀ ਪਾਸਟ ਜੋ ਬੀਤ ਗਿਆ, ਅੱਜ ਦਾ ਸਮਾਂ ਤੇ ਆਉਣ ਵਾਲਾ ਸਮਾਂ, ਰੱਬ ਲਈ ਤਾਂ ਸਾਰਾ ਕੁਝ ਇੱਕੋ ਹੀ ਆ। ਉਸ ਦੇ ਲਈ ਕੋਈ ਫਰਕ ਨਹੀਂ ਹੈ। ਕੀ ਬਾਤ। ਹਾਂਜੀ, ਤੇ ਉਹਨੇ ਸਾਰਾ ਕੁਝ ਪਹਿਲਾਂ ਦੱਸਿਆ ਹੈ। ਤੇ ਪ੍ਰਕਾਸ਼ ਦੀ ਪੋਥੀ ਦਾ ਇਹ ਮਤਲਬ ਹੈ ਐਪੋਕਲਿਪਸਿਸ, ਯਾਨੀ ਉਹ ਚੀਜ਼ਾਂ ਜਿਹੜੀਆਂ ਪਹਿਲੇ ਤੋਂ ਮੌਜੂਦ ਨੇ ਤੇ ਢਕੀਆਂ ਦੀਆਂ ਸਨ, ਉਹਨਾਂ ਨੂੰ ਅਨਵੇਲ ਕਰਨਾ, ਨੰਗਿਆਂ ਕਰਨਾ। ਉਹ ਇਹ ਸਾਰਾ ਕੁਝ ਸਭ ਕੁਝ ਵੇਖ ਸਕਣ। ਤੇ ਆ ਜੇ ਉਹ ਸਾਰੀਆਂ ਗੱਲਾਂ ਦੇਖੋ, 66 ਕਿਤਾਬਾਂ ਨੇ, ਪਰ ਇੰਨੀ ਨੌਲੇਜ ਹੈ ਕਿ ਇਸ ਲਈ ਇਹ ਡਿਵਾਈਨ, ਜਾਂ ਇਹਨੂੰ ਕੀ ਕਹਿੰਦੇ ਨੇ, ਸਵਰਗੀ ਗਿਆਨ ਨਾਲ ਭਰੀਆਂ। ਬਿਲਕੁਲ ਜੀ। ਸੋ ਆਪਾਂ ਪਿੱਛੇ ਦੇਖਿਆ ਸੀ ਯੂਨੀਵਰਸਲ ਰਿਲੀਜਨ, ਜਾਂ ਇੱਕ ਪੂਰਾ ਧਰਮ ਇਹ ਹੋਏਗਾ। ਤੇ ਬੜਾ ਅੱਛਾ ਤੁਸੀਂ ਵਿੱਚ ਛੋਟੇ ਛੋਟੇ ਸਵਾਲ ਕਰ ਦਿੰਦੇ ਹੋ। ਹਾਂਜੀ, ਬਾਕੀ ਮੈਂ ਥੋੜ੍ਹਾ ਜਿਹਾ ਕਹਿਣਾ, ਇਹ ਗੱਲਾਂ ਆਪਾਂ ਜੀ ਪੜ੍ਹੀਆਂ ਆ ਬਹੁਤ ਵਾਰੀ, ਪਰ ਇਹ ਉਹਦੇ ਉੱਪਰੋਂ ਦੀ ਲੰਘ ਜਾਂਦੀਆਂ। ਹਾਂ, ਤੇ ਪਰਮੇਸ਼ਰ ਤੋਂ ਮੰਗੀਏ, ਪਵਿੱਤਰ ਆਤਮਾ ਤੋਂ ਮੰਗੀਏ। ਇਹ ਗੱਲਾਂ ਬੜੀਆਂ ਕੀਮਤੀ ਹੈ। ਗੱਲ ਕਰ ਰਿਹਾ ਹੈਗਾ, ਸਾਨੂੰ ਸਮਝ ਦੇਵੇ। ਪਵਿੱਤਰ ਆਤਮਾ ਦੁਆਰਾ ਹੀ ਲਿਖੀਆਂ ਗਈਆਂ ਆ, ਔਰ ਉਹ ਤੋਂ ਮੰਗੇ ਇਹ ਭੇਦ ਖੋਲ੍ਹੇ। ਬੜੇ ਭੇਦ ਖੋਲ੍ਹਦੇ ਆ। ਪਰਮੇਸ਼ਰ ਦਾ ਸ਼ੁਕਰ ਕਰਦੇ ਆ। ਇਸ ਲਈ ਬਾਈਬਲ ਜਦੋਂ ਪੜ੍ਹਨੀ ਚਾਹੀਦੀ ਹੈ, ਉਹਨੂੰ ਅਨਫੋਲਡ ਕਰਨਾ ਚਾਹੀਦਾ ਹੈ, ਉਹਦੀ ਐਕਸਪਲੇਨੇਸ਼ਨ ਤੇ ਜਾਣਾ ਚਾਹੀਦਾ ਹੈ। ਚਲੋ ਫਿਰ ਇੱਕ ਵਰਸ ਪੜ੍ਹ ਦਿਓ ਤੁਸੀਂ ਪਲੀਜ਼। ਸਾਮਸ 119 ਦੀ 130 ਆਇਤ, ਸਾਮਸ 119 ਵਰਸ 130। ਹਾਂਜੀ, ਇਹ ਇਸ ਲਈ ਜਿਹੜੀ ਦੁਆ ਅਸੀਂ ਹੁਣ ਕਰ ਰਹੇ ਹਾਂ, ਇਹ ਹੀ ਕਰ ਰਹੇ ਹਾਂ ਜਿਹੜੀ ਤੁਸੀਂ ਬੋਲੀਏ, ਔਰ ਉਹ ਵਚਨ ਵੀ ਸਾਨੂੰ ਦੱਸ ਰਹੇ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਲਓ ਜੀ, ਆਪਾਂ ਪੜ੍ਹਦੇ ਹੈਗੇ ਆ ਸਾਮਸ ਜ਼ਬੂਰ ਭਜਨ 119 ਦੀ 130। ਜ਼ੋਰ ਕਿਤੇ ਦੇਵੇ, ਖਾਲੀ ਪੜ੍ਹਨਾ ਨਹੀਂ। ਇਹ ਕਈ ਵਾਰੀ ਪੜ੍ਹਿਆ, ਇਹਨੂੰ ਅਸੀਂ ਕਿੱਥੇ ਜੋੜਿਆ ਅਲੱਗ ਅਲੱਗ, ਪਤਾ ਨਹੀਂ, ਮੈਂ ਤੇ ਕਿਧਰੇ ਹੋਰ ਜੋੜਦਾ ਰਿਹਾ। ਹੁਣ ਜਦੋਂ ਵਿੱਚ ਰੂਹਾਨੀ ਐਨਕਾਂ ਲਾ ਕੇ ਦੇਖ ਰਹੇ ਹਾਂ ਤੇ ਪਤਾ ਲੱਗ ਰਿਹਾ ਇਹ ਕੀ ਕਹਿ ਰਿਹਾ ਰੱਬ। ਸੋ ਇਸ ਲਈ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਪਲੀਜ਼ ਇਹ ਵਰਸ ਦੇ ਮੁਤਾਬਿਕ ਚਲੋ, ਭਾਵੇਂ 2 ਹੀ ਵਰਸਿਸ ਪੜ੍ਹੋ, ਪਰ ਉਹਨੂੰ ਵੇਖੋ ਕਿ ਕੀ ਕਹਿਣ ਡਿਆ ਰੱਬ ਜੀ। ਪਲੀਜ਼। ਬਿਲਕੁਲ ਜੀ, ਇਹਦੇ ਵਿੱਚ ਲਿਖਿਆ ਹੈ, ਥੋੜ੍ਹਾ ਜਿਹਾ ਤੁਸੀਂ ਵੀ ਐਕਸਪਲੇਨ ਕਰ ਦੇਣਾ। ਜੀ। ਜ਼ਬੂਰ 119 ਦੀ 130 ਵਿੱਚ ਲਿਖਿਆ। ਹਾਂਜੀ ਜੀ, ਉਹ 'ਚ ਲਿਖਿਆ, ਤੇਰੇ ਵਚਨ ਦੇ ਖੋਲ੍ਹਣ ਤੋਂ ਲੋ ਮਿਲਦੀ ਹੈ। ਹਾਂਜੀ, ਤੇਰੇ ਵਚਨ ਦੇ ਖੋਲ੍ਹਣ ਤੋਂ ਲੋ ਮਿਲਦੀ ਹੈ। ਹਾਏ ਹਾਏ। ਹਾਂਜੀ, ਤੇ ਫਿਰ ਕੀ ਹੁੰਦਾ? ਤੇ ਜੇ ਵਚਨ ਨਹੀਂ ਖੁੱਲਦਾ ਤਾਂ ਉਹਦੇ ਉੱਪਰ ਹੀ ਲੰਘ ਜਾਂਦਾ, ਰੂਹਾਨੀ ਤੌਰ ਤੇ ਅਸੀਂ ਫਿਰ ਲੋ ਨਹੀਂ ਮਿਲਦੀ, ਫਿਰ ਸਮਝ ਨਹੀਂ ਲੱਗਦੀ। ਹਾਂਜੀ, ਤੇ ਫਿਰ ਕੀ ਹੁੰਦਾ ਸਰ? ਹਾਂਜੀ, ਜਦੋਂ ਲੋ ਮਿਲਦੀ, ਇਹ ਸਧਾਰਨ ਬੁੱਧੀ ਵਾਲੇ ਨੂੰ ਬੁੱਧੀਮਾਨ ਬਣਾਉਂਦੀ ਹੈ। ਯਾਨੀ ਮੇਰੇ ਜੇ ਬੰਦੇ ਨੂੰ ਪਤਾ ਹੀ ਕੋਈ ਨਹੀਂ ਤੇ ਐਵੇਂ ਜੋੜੀ ਫਿਰਾਂਗਾ, ਉਹ ਯਾਰ ਚਲੋ ਲਿਖਿਆ ਤੇ ਕੀ, ਯਾਨੀ ਮੂਰਖ ਨੂੰ ਅਕਲ ਕੀ ਵਚਨ ਦਾ ਖੁੱਲ੍ਹਣਾ, ਰਹਿਮਾਂ 'ਚ ਖੁੱਲ੍ਹਣਾ, ਲਾਗੋਸ ਵਿੱਚ ਨਹੀਂ, ਲਾਗੋਸ ਤੇ ਇਨਫੋਰਮੇਸ਼ਨ। ਜੀ ਸੌਰੀ, ਬਹੁਤ ਵਧੀਆ। ਹਾਲੇਲੂਇਆ। ਇਹ ਵਰਸ ਅੰਗਰੇਜ਼ੀ 'ਚ ਬੋਲ ਦਿਓ। ਤੇ ਕਿਹੜੀ ਜੀ? ਜਿਹੜੀ ਪੜ੍ਹੀ ਜੇ। ਓਕੇ ਜੀ। ਹਾਂ, ਪੜ੍ਹਦੇ ਨੇ ਹੈਗੀ ਨਹੀਂ, ਬੋਲ ਦਿਓ। ਸਾਮਸ ਜ਼ਬੂਰ 119 ਵਰਸ 130। ਸੋ ਸਰ ਤੁਸੀਂ ਕਹਿੰਦੇ ਇੰਗਲਿਸ਼ ਪੜ੍ਹ ਦਵਾਂ? ਉਹ ਪੜ੍ਹ ਦਿਓ ਜੀ। ਇਹ ਸਾਡੇ ਐਕਚੁਅਲੀ ਇਹ ਵਰਸ ਸਾਨੂੰ ਆਪਣੇ ਮੱਥਿਆਂ ਤੇ ਦਿਲਾਂ ਦੇ ਵਿੱਚ ਰੱਖ ਕੇ ਬਾਈਬਲ ਨੂੰ ਪੜ੍ਹਨਾ ਚਾਹੀਦਾ ਹੈ। ਰਿਕੁਐਸਟ ਹੈਗੀ ਹੈ, ਕਿਉਂਕਿ ਅਸੀਂ ਤੇ ਸਾਦਾ ਮੀਨਸ ਜਿਹਨੂੰ ਪਤਾ ਹੀ ਕੋਈ ਨਹੀਂ, ਉਹਨਾਂ ਨੂੰ ਅਕਲਮੰਦ ਬਣਾ ਦਿੰਦਾ ਖੁਦਾ ਦਾ। ਜੀ, ਇਹ 'ਚ ਲਿਖਿਆ ਜੀ ਸਾਮਸ 119 ਵਰਸ 130 ਲਿਖਿਆ ਹੈ, the entrance of your word gives light, it gives understanding to the simple। ਸਿੰਪਲ ਦਾ ਮਤਲਬ ਇਹ ਨਹੀਂ ਕਿ ਬੜਾ ਅੱਛਾ ਬੰਦਾ, ਬੜਾ ਸਾਦਾ ਉਹ ਹੈ ਜਿਹਨੂੰ ਪਤਾ ਹੀ ਨਹੀਂ ਵਚਨ ਕੀ ਹੈ, ਜਿਹਨੂੰ ਪਤਾ ਹੀ ਨਹੀਂ ਇਹਦੇ ਵਿੱਚ ਕੀ ਲਿਖਿਆ ਹੈ। ਸੋ ਉਹਨਾਂ ਨੂੰ ਅਕਲਮੰਦ ਬਣਾਉਂਦੀ ਹੈ।
ਉਹ ਲਫ਼ਜ਼ ਦੇ ਕਹਿੰਦੇ ਸਾਦਾ ਜਿਹਾ ਬੰਦਾ ਹੈ, ਲੇਕਿਨ ਬਾਈਬਲ ਇਹਦਾ ਮਾਇਨੇ ਹੋਰ ਦੇ ਰਹੀ ਹੈ ਕਿ ਇਹਨੂੰ ਪਤਾ ਹੀ ਕੋਈ ਨਹੀਂ ਤੇ ਉਹਨੂੰ ਅਕਲਮੰਦ ਬਣਾਉਂਦੀ। ਜੀ ਸੌਰੀ ਸਰ, ਲਾਸਟ ਸਟੱਡੀ ਦੇ ਵਿੱਚ ਕੀ ਕਰੀਏ, ਗੱਲਾਂ ਹੀ ਬੜੀਆਂ ਨੇ। ਲਾਸਟ ਸਟੱਡੀ ਦੇ ਵਿੱਚ ਸਰ ਅਸੀਂ ਯੂਨੀਵਰਸਲ ਰਿਲੀਜਨ ਦੇ ਬਾਰੇ ਦੇਖਿਆ ਕਿ 1000 ਸਾਲਾ ਬਾਦਸ਼ਾਹੀ 'ਚ ਮੇਰੇ ਖਿਆਲ 14-15 ਪੁਆਇੰਟ ਨਿਕਲ ਗਏ ਆ। ਤੇ ਇੱਕ ਹੋਰ ਹੋਏਗਾ ਕਿ ਪਰਮੇਸ਼ਵਰ ਦਾ, ਪਿਤਾ ਪਰਮੇਸ਼ਵਰ ਦਾ ਤੇਜ ਜਾਂ ਖੁਦਾ ਦਾ ਜਲਾਲ ਮੁਸਲਸਲ ਜ਼ਾਹਿਰ ਹੋਏਗਾ। ਮਤਲਬ ਇਹ ਦੇਖੋ ਜੀ, ਇਹ ਜਲਾਲ ਮੁਸਲਸਲ ਮਤਲਬ ਲਗਾਤਾਰ ਨਾਨ ਸਟਾਪ ਕੰਟੀਨਿਊਸ ਰਹੇਗਾ। ਦੇਖੋ ਇਹ ਕਿੰਜ ਹੋਏਗਾ, ਇਹ ਬੱਦਲ ਦੀ ਸੂਰਤ ਉੱਤੇ ਇਹ ਜਦੋਂ ਯਿਸੂ ਮਸੀਹ, ਇਹ ਤੁਹਾਨੂੰ ਪਤਾ ਹੈ ਨਾ ਕਿ ਆਰਮਾਗਡਨ ਦੇ ਵਿੱਚ ਵੀ ਉਹ ਫਿਰ ਹੈਕਲ ਜਿਹੜੀ ਐਂਟੀ ਕ੍ਰਾਈਸਟ ਨੇ ਹੋਰ ਕੰਟਰੀਜ਼ ਨੂੰ ਕਹਿ ਕੇ, ਮੁਸਲਿਮਸ ਕੰਟਰੀ ਨੂੰ ਕਹਿ ਕੇ ਬਣਵਾਈ, ਮਤਲਬ ਇਜਾਜ਼ਤ ਦਿਲਵਾਈ, ਉਹ ਵੀ ਟੁੱਟ ਜਾਣੀ ਹੈ। ਤੇ ਫਿਰ ਯਿਸੂ ਨੇ ਜਦੋਂ ਹੈਕਲ ਬਣਾਏਗਾ, ਇਹ ਉਹਦਾ ਤੇਜ ਜਲਾਲ ਸ਼ਕੈਨਾ ਇਹਨੂੰ ਕਹਿੰਦੇ ਨੇ, ਇੱਕ ਬੱਦਲ ਉਸ ਟੈਂਪਲ ਉੱਤੇ ਰਹੇਗਾ ਜਿੰਜ ਰਹੇਗਾ। ਅੱਛਾ, ਇਹ ਇੰਜ ਸੀ ਕਿ ਜਦੋਂ ਉਹ ਗੁਲਾਮੀ 'ਚ ਗਏ ਨਾ ਯਹੂਦੀ ਕੌਮ, ਤੇ ਹੈਕਲ ਜਾਣ ਤੋਂ ਪਹਿਲੇ ਉਹ ਸੀ ਜਿਹੜੀ ਉਹ ਡੈਨੀਅਲ ਨੇ ਕਿਹਾ 70th ਨਹੀਂ 70 ਸਾਲਾਂ ਦੀ ਗੁਲਾਮੀ। ਉਸ ਤੋਂ ਪਹਿਲੇ ਇਹ ਜਿਹੜਾ ਤੇਜ ਹੈਗਾ, ਇਹ ਜਲਾਲ ਜਿਹੜਾ ਗਲੋਰੀ ਜਿਹੜੀ ਸੀ, ਉਹ ਜਾਂ ਨੂਰ, ਹੈਕਲ ਤੋਂ ਨੂਰ ਉੱਠ ਗਿਆ ਸੀ। ਕਿੱਥੇ ਲਿਖਿਆ? ਹਿਸਕੀਏਲ 11 ਦੀ 22 ਤੋਂ 25, ਇਜ਼ੀਕੀਏਲ ਚੈਪਟਰ 11 ਵਰਸ 22 ਤੋਂ 25। ਇਹ ਦੁਬਾਰਾ ਆ ਜਾਏਗਾ 1000 ਸਾਲਾ ਬਾਦਸ਼ਾਹੀ ਦੇ ਵਿੱਚ, ਜਦੋਂ ਕਿ ਸਾਰੇ ਯਹੂਦੀ ਯਿਸੂ ਅੱਗੇ ਉਹਦੇ ਅੰਡਰ ਜਾਂ ਉਹਦੇ ਅਧੀਨ ਹੋ ਜਾਣਗੇ, ਜਾਂ ਉਹਨੂੰ ਕੀ ਕਹਿ ਲਓ, ਉਹਦੇ ਤਾਬੇ ਹੋ ਜਾਣਗੇ। ਫਿਊਚਰ ਟੈਂਪਲ ਹੈ ਜਿਹੜਾ ਯਿਸੂ ਨੇ ਬਣਾਉਣਾ ਹੈ, ਠੀਕ ਹੈ। ਸੋ ਇਹ ਜਲਾਲ ਉੱਠ ਗਿਆ ਸੀ, ਇਹ ਦੁਬਾਰਾ ਉਨੀ ਦੇਰ ਤੱਕ ਨਹੀਂ ਆਣਾ ਜਿੰਨੀ ਦੇਰ ਤੱਕ ਸਾਰੇ ਯਹੂਦੀ ਯਿਸੂ ਅੱਗੇ ਮੱਥਾ ਨਾ ਟੇਕਣ, ਔਰ ਫਿਰ ਇਹ ਹੈਕਲ ਬਣੇਗੀ ਤੇ ਇਹ ਜਿਹੜਾ ਜਲਾਲ ਹਮੇਸ਼ਾ ਫਿਰ ਉੱਥੇ ਰਹੇਗਾ। ਕੀ ਬਾਤ ਹੈ, ਠੀਕ ਹੈ। ਹਵਾਲੇ ਲਿਖ ਲਓ, ਅਜ਼ਾਇਆ, ਯਸਾਇਆ 4 ਦੀ 4 ਤੋਂ 6। ਇਹ ਬੜੇ ਹੁਣ ਟਾਈਮ ਨਹੀਂ ਸਾਡੇ ਕੋਲ, ਨਹੀਂ ਤੇ ਪੜ੍ਹਿਆ ਜਾਏ ਤੇ ਕਿੰਨਾ ਮਜ਼ਾ ਆਉਂਦਾ। ਇੱਕ ਹਵਾਲਾ ਤੁਸੀਂ ਪੜ੍ਹਿਆ ਸੀ, ਅਜ਼ਾਇਆ ਚੈਪਟਰ 4 ਵਰਸ 4 to 6, ਤੇ ਇਜ਼ੀਕੀਏਲ ਚੈਪਟਰ 43 ਦੀ 3 ਤੋਂ 5। ਇਜ਼ੀਕੀਏਲ ਚੈਪਟਰ 43 3 to 5। ਤੇ ਇਹ ਜਿਹੜੇ ਆ ਨਾ, ਇਹ ਇੱਕ ਹਵਾਲਾ ਹੋਰ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਤੇਜ ਦੇ ਲਈ ਇਹ ਬਣਾਏਗਾ, ਕਿਉਂਕਿ ਉਹ ਬਾਦਸ਼ਾਹ ਹੋਏਗਾ। ਇਹ ਜ਼ਕਰੀਆ 6 ਦੀ 11 ਤੋਂ 13, ਇਹ ਪਲੀਜ਼ ਪੜ੍ਹ ਦਿਓ। 6 ਦੀ 11 ਤੋਂ 13। ਸੋ ਕੰਡੀਸ਼ਨ ਕੀ ਹੋਏਗੀ? ਇਹ ਜਲਾਲ ਉਨੀ ਦੇਰ ਤੱਕ ਨਹੀਂ ਆਣਾ ਜਿੰਨੀ ਦੇਰ ਤੱਕ ਬਾਕੀ ਜਿਊਜ਼ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਨਹੀਂ ਕਰਨਗੇ, ਔਰ ਪਲੱਸ ਕਿ ਉਹ ਯਿਸੂ ਉਹ ਹੈਕਲ ਬਣਾ ਦੇਗਾ। ਫਿਰ ਇਹ ਬੱਦਲ ਜਿਹੜਾ ਸ਼ਕੈਨਾ ਜਾਂ ਇਹਨੂੰ ਕੀ ਕਹਿ ਲਓ ਜਲਾਲ ਉੱਥੇ ਬੱਦਲ ਦੀ ਸੂਰਤ ਵਿੱਚ ਕਾਇਮ ਰਹੇਗਾ। ਜਿਹੜਾ ਹੈਗਾ ਸੀ, ਜਿਹੜਾ ਆਪਾਂ ਦੇਖ ਲਿਆ ਸੀ ਹਿਸਕੀਏਲ 11 ਦੀ 22 ਤੋਂ 25 ਦੇ ਵਿੱਚ, ਉੱਥੇ ਉੱਠ ਗਿਆ ਸੀ ਤੇ ਪਹਾੜ ਤੇ ਚਲਾ ਗਿਆ ਸੀ। ਠੀਕ ਹੈ। ਆਪਾਂ ਹੁਣ ਪੜ੍ਹਨਾ ਹੈਗਾ ਜੀ ਜ਼ਕਰਿਆ 6 ਦੀ 11 ਤੋਂ 13। 6 ਦੀ 11 ਤੋਂ ਨਾ ਜੀ, ਹਾਲੇਲੂਇਆ। ਜ਼ਕਰਿਆ 6 ਦੀ 11 ਤੋਂ 13 ਦੇ ਵਿੱਚ ਲਿਖਿਆ ਹੈ, ਇਹਨਾਂ ਸਭ ਤੋਂ ਮਿਲੀ ਚਾਂਦੀ ਤੇ ਸੋਨੇ ਦਾ ਠੀਕ ਹੈ, ਹਾਂਜੀ, ਇਹਨਾਂ ਸਭ ਤੋਂ ਮਿਲੀ ਸੋਨੇ ਤੇ ਚਾਂਦੀ ਦਾ ਇੱਕ ਤਾਜ ਬਣਾ ਕੇ ਮਹਾਪੁਰੋਹਿਤ ਯਹੋਸ਼ੂਆ ਯਹੋਸ਼ੁਦਾ ਦਾ ਪੁੱਤਰ ਦੇ ਸਿਰ ਤੇ ਰੱਖ, ਤੇ ਨਾਲੇ ਕੁਝ ਪੈਗਾਮ ਵੀ ਦੇ, ਅਤੇ ਉਸ ਨੂੰ ਇਹ ਕਹਿ
ਸ਼ਾਖ ਨਾ ਤਾਂ ਮਨੁੱਖ ਜਿੱਥੇ ਉਹ ਹੈ ਵਧੇ ਫੁੱਲੇ ਗਿਆ ਅਤੇ ਪ੍ਰਭੂ ਦੇ ਮੰਦਰ ਨੂੰ ਦੁਬਾਰਾ ਬਣਾਵੇਗਾ। ਇਹ ਯਿਸੂ ਮਸੀਹ ਦੀ ਗੱਲ ਹੋ ਰਹੀ ਹੈ। ਹਾਂ, ਸੋ ਇਹ ਹੀ ਮਨੁੱਖ ਮੰਦਰ ਨੂੰ ਉਸਾਰੇਗਾ ਅਤੇ ਰਾਜਿਆਂ ਵਾਲਾ ਆਦਰ ਪ੍ਰਾਪਤ ਕਰੇਗਾ। ਉਹ ਆਪਣੇ ਲੋਕਾਂ ਉੱਤੇ ਰਾਜ ਕਰੇਗਾ। ਪੁਰੋਹਿਤ ਉਸ ਦੇ ਸਿੰਘਾਸਣ ਦੇ ਇੱਕ ਪਾਸੇ ਖੜੇ ਹੋਣਗੇ ਅਤੇ ਉਹ ਦੋਵੇਂ ਮਿਲ ਕੇ ਕੰਮ ਕਰਨਗੇ। ਹਾਂਜੀ, ਠੀਕ ਹੈ। ਪੁਰੋਹਿਤ ਜਿਹੜੇ ਆ ਇਹ ਕੌਣ ਨੇ? ਪ੍ਰੀਸਟ ਸਾਰੇ ਹੀ। ਮਿਸਾਲ ਦੇ ਤੌਰ ਤੇ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 1:6 ਤੇ ਅੱਗੇ 5 ਦੀ ਜ਼ਾਲਮਨ 10 ਦੇ ਵਿੱਚ ਜ਼ਰਾ ਇੱਕ ਮਿੰਟ ਮੈਨੂੰ ਕਨਫਰਮ ਕਰਨੇ ਦਿਓ ਜੀ 5 ਦੀ 10 ਵਿੱਚ ਇਹ ਜਿਹੜੇ ਯਿਸੂ ਨੂੰ ਅੱਜ ਵੀ ਮੁਕਤੀਦਾਤਾ ਗ੍ਰਹਿਣ ਕਰਦੇ ਨੇ ਉਹਨਾਂ ਨੂੰ ਵੀ ਉਹ ਪੁਰੋਹਿਤ ਤੇ ਬਾਦਸ਼ਾਹ ਬਣਾ ਰਹੇ ਤੇ ਲੇਕਿਨ ਇਹ ਯਹੂਦੀ ਵੀ ਆਲਰੇਡੀ ਹੈ ਨੇ ਲੇਕਿਨ ਯਿਸੂ ਜਾਣ ਕੇ ਫਿਰ ਆਪਾਂ ਸਾਰਿਆਂ ਇੱਕ ਹੋ ਜਾਣਾ। ਐਕਚੁਅਲੀ ਪਲਾਨ ਹੀ ਖੁਦਾ ਦਾ ਇਹ ਵੇ ਕਿ ਯਹੂਦੀਆਂ ਨਾਲ ਤੇ ਪੱਕਾ ਉਹਨਾਂ ਦਾ ਅਹਿਦ ਹੈ ਔਰ ਜੈਂਟਾਈਲ ਵੀ ਮਿਲ ਜਾਣ ਉਹਨਾਂ ਦੇ ਨਾਲ। ਇਹ ਅਸਲ ਵਿੱਚ ਪਲਾਨ ਹੈ। ਠੀਕ ਹੈ, ਬਿਲਕੁਲ। ਇਹ ਅਸੀਂ ਲਾਸਟ ਦੇਖਿਆ ਸੀ ਕਿ ਕਿਸ ਤਰੀਕੇ ਨਾਲ। ਅੱਛਾ ਜੀ, ਸੋ ਫਿਰ ਇਹ ਵੇ 1000 ਸਾਲਾ ਬਾਦਸ਼ਾਹੀ ਦੇ ਵਿੱਚ ਸਭ ਦੇ ਲਈ ਮੁਕਤੀ ਆਫਰ ਕੀਤੀ ਜਾਏਗੀ, ਯਾਨੀ ਸਾਰਿਆਂ ਲਈ ਉਦੋਂ। ਠੀਕ ਹੈ, 1000 ਸਾਲਾ ਬਾਦਸ਼ਾਹੀ। ਲੇਕਿਨ ਇਹ ਨਜਾਤ ਉਹਨਾਂ ਨੂੰ ਹੀ ਮਿਲੇਗੀ ਜਿਹੜੇ ਯਿਸੂ ਨੂੰ, ਜਿੰਜ ਅੱਜ ਅਸੀਂ ਯਿਸੂ ਆਪਣੇ ਗੁਨਾਹਾਂ ਦਾ ਪਛਤਾਵਾ ਕਰਨੇ ਆ, ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨੇ ਆ। ਤਰੀਕਾ ਆ ਹੀ ਹੋਏਗਾ ਉਦੋਂ ਵੀ ਕਿ ਉਹ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨਗੇ ਤੇ ਤਾਂ ਹੀ ਉਹਨਾਂ ਨੂੰ ਇਹ ਮੁਕਤੀ ਮਿਲੇਗੀ, ਵਰਨਾ ਉਹਨਾਂ ਨੂੰ ਮੁਕਤੀ ਨਹੀਂ ਮਿਲੇਗੀ। ਸੋ ਇਹ ਸਾਰਿਆਂ ਲਈ ਸੱਦਾ ਹਾਂਜੀ, ਖੁੱਲਾ ਸੱਦਾ। ਹਵਾਲੇ ਲਿਖੋ ਜੀ, ਕੀ ਬਾਤ ਹੈ। ਯੋਏਲ 2:32 ਤੇ ਇਹਦਾ ਇਹ ਟੌਪਿਕ ਕੀ ਹੈ ਜੀ? ਇਹਦਾ ਟੌਪਿਕ ਹੈ ਸਾਰਿਆਂ ਲਈ ਨਜਾਤ ਦਾ ਸੱਦਾ। ਉਹ ਤਾਂ ਫਿਰ ਜਿਹੜਾ ਆਪਾਂ ਯਹੂਦੀਆਂ ਨੇ ਇਕੱਠੇ ਹੋ ਕੇ ਪ੍ਰਚਾਰ ਕਰਨਾ, ਮਿਸ਼ਨਰੀਜ਼, ਉਹਦੇ ਵਿੱਚ ਵੀ ਉਹ ਮਿਸ਼ਨਰੀਜ਼ ਉਹਨਾਂ ਦਾ ਹੈ। ਲੇਕਿਨ ਇਹਦੇ ਵਿੱਚ ਜਦੋਂ ਇਹ ਹਵਾਲੇ ਪੜ੍ਹੋਗੇ ਤੇ ਹੈ ਬਿਲਕੁਲ ਯੂ ਆਰ ਰਾਈਟ ਕਿ ਉੱਥੋਂ ਹੀ ਕੰਮ ਚੱਲੇਗਾ, ਲੇਕਿਨ ਇਹ ਸੱਦਾ ਸਾਰਿਆਂ ਲਈ ਹੈ। ਅੱਗੇ ਦੇਖੋ, ਇਹ ਯਹੂਦੀਆਂ 'ਚ ਵੀ ਜਿਹੜੇ ਕੌਮ ਹੈ ਉਹ ਤੇ ਆਮ ਬੰਦਿਆਂ ਨੂੰ ਬੰਦਾ ਨਹੀਂ ਸਮਝਦੇ ਨਾ। ਉਹ ਜਿਊਜ਼ ਬਣਾਉਂਦੇ ਨੇ, ਕਹਿੰਦੇ ਨੇ ਅਸੀਂ ਅਸਲੀ ਹਾਂ। ਉਦੋਂ ਇਹਨਾਂ ਨੇ ਪਿਆਰ ਕਰਨਾ ਹੈ ਲੋਕਾਂ ਨਾਲ, ਕਿਉਂਕਿ ਯਿਸੂ ਨੂੰ ਕਬੂਲ ਕਰਨੇ ਦੇ ਨਾਲ ਇਹਨਾਂ ਦੇ ਦਿਲ ਜਿਹੜੇ ਨੇ ਉਹ ਯਿਸੂ ਵਾਲੀ ਗੱਲ ਹੋ ਜਾਣਗੇ। ਪਿਆਰ ਕਰੋ ਸਾਰਿਆਂ ਨਾਲ। ਠੀਕ ਹੈ, ਹਾਂਜੀ। 10 ਹੁਕਮ ਮੂਸਾ ਨੇ ਦਿੱਤੇ। 11ਵਾਂ ਜਦੋਂ ਯਿਸੂ ਆਇਆ ਉਹਨੇ ਕਿਹਾ ਵਾ ਇੱਕ ਦੂਜੇ ਨਾਲ ਪਿਆਰ ਕਰੋ। ਹਾਂਜੀ, ਇਹਦੇ ਹਵਾਲੇ ਕਿਹੜੀ ਟੌਪਿਕ ਕੀ ਹੈ? ਆਪਣੇ 1000 ਸਾਲਾਂ ਦੌਰਾਨ ਸਭ ਨੂੰ ਸਾਰਿਆਂ ਖੁੱਲਾ ਸੱਦਾ। ਯੋਏਲ 2 ਦੀ ਜੋਲ ਚੈਪਟਰ 2 ਵਰਸ 32, ਯੋਏਲ 2:32, ਚੇਲਿਆਂ ਦੇ ਕਰਤੱਵ ਜਾਂ ਬੁੱਕ ਆਫ ਐਕਟਸ 2:16 ਤੋਂ 21, ਰਸੂਲਾਂ ਦੇ ਮਾਲ 2:16 ਤੋਂ 21 ਤੇ ਅਜ਼ਾਇਆ ਚੈਪਟਰ 2 ਵਰਸ 2 to 4, ਯਸਾਇਆ 2:2 ਤੋਂ 4 ਤੇ ਯਸਾਇਆ 52:7, ਅਜ਼ਾਇਆ ਚੈਪਟਰ 52:7, ਯਸਾਇਆ 52:7 ਤੇ ਅਬਰਾਨੀਆਂ ਹਿਬਰੂ 8:10 ਤੇ 11। ਠੀਕ ਹੈ, ਦੇਖ ਲਓ। ਕੋਈ ਨਵੇਂ ਨੇਮ ਦਾ ਵੀ ਪੜ੍ਹ ਦਿਓ, ਨਵੇਂ ਨੇਮ ਦਾ ਵੀ ਪੜ੍ਹ ਦਿਓ। ਪਿਛੇ ਹਿਬਰੂ ਪੜ੍ਹ ਦਈਏ ਫਿਰ ਜੀ? ਅਬਰਾਨੀਆਂ ਪੜ੍ਹ ਦਿਓ। ਚਲੋ ਹਾਂਜੀ ਜੀ, ਕਿਹੜੀ ਪੜ੍ਹਨ ਲੱਗੇ? 8:10 ਤੋਂ ਹਾਂਜੀ, 10 ਤੇ 11। ਇਹ 1000 ਸਾਲਾ ਬਾਦਸ਼ਾਹੀ ਦੇ ਲਈ ਗੱਲ ਹੋ ਰਹੀ ਹੈ ਕਿ ਮੁਕਤੀ ਸਾਰਿਆਂ ਨੂੰ ਆਫਰ ਹੋਏਗੀ। ਉਹਨਾਂ ਨੂੰ ਹੋਏਗੀ ਜਿਹੜੇ ਅੱਜ ਵੀ ਜਿੰਜ ਯਿਸੂ ਨੂੰ ਮੁਕਤੀਦਾਤਾ ਕਬੂਲ ਕਰਦੇ ਨੇ। ਰੋਮੀਓ 10:9 ਤੇ 10 ਆਇਤ ਦੇ ਮੁਤਾਬਿਕ ਕਿ ਉਹ ਈਮਾਨ ਦਿਲ ਦੇ ਨਾਲ ਲਿਆਣਗੇ, ਇਕਰਾਰ ਮੂੰਹ ਦੇ ਨਾਲ ਕਰਨਗੇ ਕਿ ਯਿਸੂ ਹੀ ਖੁਦਾਵੰਦ ਹੈ। ਜੀ। ਹਾਂਜੀ, ਇਬਰਾਨੀਆਂ 8:10 ਤੋਂ 11 ਵਿੱਚ ਲਿਖਿਆ ਹੈ,
ਫਿਰ ਪ੍ਰਭੂ ਕਹਿੰਦਾ ਹੈ, ਹਾਂ ਉਹਨਾਂ ਦਿਨਾਂ ਪਿੱਛੋਂ ਮੈਂ ਇਸਰਾਇਲ ਦੇ ਲੋਕਾਂ ਨਾਲ ਇੱਕ ਨੇਮ ਬੰਨਾਂਗਾ। ਉਹ ਪੁਰਾਣੇ ਨੇਮ ਦੀ ਗੱਲ ਕਰ ਰਿਹਾ ਵੀ ਹਾਂਜੀ। ਅਤੇ ਆਪਣੇ ਨਿਯਮ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ। ਅੱਗੇ ਆਪਾਂ ਪੜ੍ਹ ਰਹੇ ਨਾ ਜੀ। ਅਤੇ ਉਹਨਾਂ ਦੇ ਦਿਲਾਂ ਤੇ ਲਿਖਾਂਗਾ। ਉਹੀ ਫਿਰ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਤੇ ਉਹ ਮੇਰੇ ਲੋਕ ਹੋਣਗੇ। ਤਦ ਕੋਈ ਮਨੁੱਖ ਦੂਜਾ ਮਨੁੱਖ ਨੂੰ ਨਹੀਂ ਸਿਖਾਵੇਗਾ ਤੇ ਨਾ ਹੀ ਜੀ। ਕੋਈ। ਠੀਕ ਹੈ, ਇਹ ਪੜ੍ਹ ਲਿਆ ਸੀ। ਯਸਾਇਆ 52 ਦੀ 7 ਪੜ੍ਹ ਦਿਓ ਕੋਈ। ਚਲੋ ਹਾਂ 52 ਇਜ਼ਾਇਆ ਚੈਪਟਰ 52 ਦੀ 7। ਹਾਂਜੀ ਇਜ਼ਾਇਆ ਕਿਉਂਕਿ ਜਿਊਜ਼ ਨੂੰ ਵੀ ਖੁਦਾਵੰਦ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨਗੇ ਤੇ ਫਿਰ ਹੀ ਉਹ ਉਸ ਪਿਛਲੇ ਸਟੱਡੀਆਂ 'ਚ ਦੇਖਿਆ ਕਿ ਉਸ ਖੁਦਾ ਦੇ ਪਲਾਨ ਵਿੱਚ ਉਹ ਆਣਗੇ। ਜੀ ਹਾਂਜੀ ਇਜ਼ਾਇਆ 52 ਦੀ 7 ਵਿੱਚ ਇਜ਼ਾਇਆ 52 ਦੀ 7 ਵਿੱਚ ਇਹ ਲਿਖਿਆ ਹੈ ਜੀ। ਹਾਂਜੀ, ਇਹ ਕਿੰਨਾ ਸੁੰਦਰ ਲੱਗ ਰਿਹਾ ਹੈ ਜੋ ਪਹਾੜਾਂ ਉੱਤੋਂ ਦੀ ਆ ਰਿਹਾ ਹੈ। ਉਹ ਸ਼ੁਭ ਸਮਾਚਾਰ ਲੈ ਕੇ ਆ ਰਿਹਾ ਹੈ ਜੋ ਸ਼ਾਂਤੀ ਅਤੇ ਮੁਕਤੀ ਦਾ ਸਮਾਚਾਰ ਹੈ। ਉਹ ਸਿਯੋਨ ਨੂੰ ਕਹਿੰਦਾ ਹੈ, ਪਰਮੇਸ਼ਰ ਤੇਰਾ ਰਾਜ ਹੈ। ਹਾਂਜੀ ਹਾਂਜੀ ਠੀਕ ਹੈ। 10 ਤੇ 11 ਹਾਂ ਹਾਂਜੀ ਅੱਛਾ ਹਾਂਜੀ ਜੀ। ਨਹੀਂ ਇਹ ਇਜ਼ਾਇਆ ਆਪਣੇ ਪੜ੍ਹੀ ਹੈਗੀ ਆ 8 ਦੀ 52 ਦੀ। ਉਹ ਅੱਛਾ 7। 52 ਦੀ 7 ਪੜ੍ਹਨੀ ਸੀ ਨਾ। ਠੀਕ ਹੈ। ਤੇ ਇਹ ਇੱਕ ਆਫਰ ਹੈਗੀ ਹੈ, ਉਦੋਂ ਵੀ ਹੋਏਗੀ। ਹਾਂ ਸੋ ਜੀ ਜੋਇਲ 2 ਦੀ 32 ਪੜ੍ਹੀ ਆਪਾਂ ਕਿਤੇ ਪੜ੍ਹੀ ਨਾ। ਉਹ ਵੀ ਪੜ੍ਹ ਦਿਓ ਜੀ ਥੋੜਾ ਹੋਰ। ਹਾਂਜੀ ਇਹ ਅੱਗੇ ਕਹਿੰਦਾ ਹੈ ਜੋਇਲ 2 ਦੀ 32 ਵਿੱਚ ਲਿਖਿਆ ਹੈ, ਉਸ ਸਮੇਂ ਜੋ ਪ੍ਰਭੂ ਅੱਗੇ ਬੇਨਤੀ ਕਰਨਗੇ। ਉਸ ਸਮੇਂ ਜੋ ਪ੍ਰਭੂ ਅੱਗੇ ਬੇਨਤੀ ਕਰਨਗੇ ਜਿਹੜਾ ਵੀ ਉਹ ਬਚ ਜਾਣਗੇ। ਹਾਂ ਹਾਂਜੀ ਹਾਂ ਪ੍ਰਭੂ ਕਹਿੰਦਾ ਹੈ, ਕੁਝ ਯਰੂਸ਼ਲਮ ਵਿੱਚ ਬਚ ਨਿਕਲਣਗੇ ਅਤੇ ਜਿਨ੍ਹਾਂ ਨੂੰ ਮੈਂ ਚੁਣਾਂਗਾ ਉਹ ਬਚ ਜਾਣਗੇ। ਹਾਂਜੀ ਇੱਥੇ ਸਾਫ਼ ਲਿਖਿਆ ਜੋ ਪ੍ਰਭੂ ਅੱਗੇ ਬੇਨਤੀ ਕਰੂਗੇ। ਉਹ ਨਹੀਂ ਯੋਹੰਨਾ 3:16 ਦੇ ਮੁਤਾਬਿਕ ਹਾਂਜੀ ਹਾਂਜੀ ਪਰਮੇਸ਼ਵਰ ਨੇ ਆਪਣਾ ਪੁੱਤਰ ਘੱਲ ਦਿੱਤਾ ਤਾਂ ਜੇ ਜੋ ਕੋਈ ਉਸ ਤੇ ਉਦੋਂ ਜਿਹੜੇ ਵੀ ਇਹਨੂੰ ਮੰਨਣਗੇ ਦਿਲੋਂ ਉਹ ਬਚਾਉਣ। ਫਿਰ ਸਰ ਇੱਕ ਹੋਰ ਪੁਆਇੰਟ ਹੈਗਾ ਕਿ ਇੱਕ ਸਾਰਿਆਂ ਲਈ ਸਵਰਗੀ ਸ਼ਿਫਾ ਜਾਂ ਡਿਵਾਈਨ ਜਾਂ ਇਲਾਹੀ ਸ਼ਿਫਾ ਜਾਂ ਡਿਵਾਈਨ ਹੀਲਿੰਗ ਹੋਏਗੀ ਸਾਰਿਆਂ ਦੀ। ਯਾਨੀ ਇੱਕ ਤੇ ਰੂਹ ਦੀ ਹੋ ਗਈ, ਦੂਜੀ ਫਿਜ਼ੀਕਲੀ ਵੀ ਹੈਗੀ ਹੈ ਨਾ। ਤੇ ਇਹ ਦੇਖੋ ਮਤੀ 8 ਦੀ 17 ਲਿਖ ਲਓ ਤੇ ਕੁਝ ਮੇਰੇ ਖਿਆਲ ਪਹਿਲੇ ਯਸਾਇਆ ਦੇ ਕੁਝ ਲਿਖ ਲਓ, ਅਜ਼ਾਇਆ ਦੇ ਕੁਝ ਲਿਖ ਲਓ। 12 ਦੀ 1 ਤੋਂ 5 ਯਸਾਇਆ, 12 ਦੀ 1 ਤੋਂ 5 ਤੇ ਯਸਾਇਆ ਦੇ ਨੇ ਸਾਰੇ। ਉਹਦੇ ਬਾਅਦ 33 ਜਾਂ 33 ਦੀ 24 ਅਜ਼ਾਇਆ 33 ਵਰਸ 24, ਅਜ਼ਾਇਆ 35 ਦੀ 3 to 6, ਯਸਾਇਆ 35 ਦੀ 3 ਤੋਂ 6 ਲਿਖ ਲਈ ਤੇ ਅਜ਼ਾਇਆ 53 ਦੀ 5ਵੀਂ ਆਇਤ ਤੇ ਮੈਥਿਊ 8 ਦੀ 17। ਦੇਖੋ ਜਦੋਂ ਇਹ ਇੰਜੀ ਉਦੋਂ ਹੋਏਗਾ, ਇਹ ਡਿਵਾਈਨ ਹੀਲਿੰਗ ਦੀ ਗੱਲ ਹੋ ਰਹੀ ਹੈ, ਇਲਾਹੀ ਸ਼ਿਫਾ। ਜਿਸ ਤਰ੍ਹਾਂ ਖੁਦਾ ਨੇ ਮੁਲਕੇ ਮਿਸਰ ਵਿੱਚੋਂ ਆਪਣੀ ਕੌਮ ਨੂੰ ਕੱਢਿਆ ਤੇ ਜ਼ਬੂਰ 105 ਦੀ 37 ਵਰਸ, ਸਾਮਸ 105 ਦੀ 37 ਤੇ ਸਾਮਸ ਜਾਂ ਭਜਨ 107 ਦੀ 20 ਦੇ ਮੁਤਾਬਿਕ ਉਹ ਕੋਈ ਬਿਮਾਰ ਨਹੀਂ ਸੀ, ਉਹਨਾਂ ਦੇ ਕਬੀਲਿਆਂ 'ਚ ਕੋਈ ਸ਼ਖਸ ਕਮਜ਼ੋਰ ਨਹੀਂ ਸੀ। ਇਹ ਚੀਜ਼ ਦੁਬਾਰਾ ਸਾਰਿਆਂ ਉੱਤੇ ਲੈ ਆਏਗਾ। ਕੋਈ ਬਿਮਾਰ ਨਹੀਂ ਹੋਏਗਾ, ਹਾਂਜੀ, ਕੋਈ ਕਮਜ਼ੋਰ ਨਹੀਂ ਹੋਏਗਾ। ਠੀਕ ਹੈ। ਇਹ ਜਿਹੜੀ ਹੈ ਹਾਂਜੀ ਉਦੋਂ ਕੁਛ ਇਸ ਤਰ੍ਹਾਂ ਵੀ ਹੋਣਾ ਜੀ, ਜਿਹੜੇ ਸਾਰੀ ਦੁਨੀਆ ਤੋਂ ਲੋਕਾਂ ਨੇ ਇਜ਼ਰਾਈਲ ਦੇ ਵਿੱਚ ਆਉਣਾ, ਜਿਹੜੇ ਵਿਸ਼ਵਾਸੀ ਨੂੰ ਲੋਕਾਂ ਨੇ ਕਹਿਣਾ ਚੱਲ ਤੇਰੇ ਨਾਲ ਅਸੀਂ ਇਜ਼ਰਾਈਲ ਨੂੰ ਜਾਣਾ ਆ, ਹੈ ਨਾ। ਇਹ ਅੱਗੇ ਆ ਰਿਹਾ। ਅਸੀਂ ਵੀ ਕਹਿੰਦੇ ਉਹ ਤੇਰੇ ਰੱਬ ਦੀ ਬੰਦਗੀ। ਉਹ ਪਤਾ ਇੱਕ ਯਹੂਦੀ ਦਾ ਫੜ ਕੇ ਪੱਲਾ ਫੜ ਲੈਣਗੇ ਤੇ ਕਹਿਣਗੇ ਯਾਰ ਸੁਣਿਆ ਤੁਹਾਡੇ ਕੋਲ ਪਰਮੇਸ਼ਵਰ ਆ ਗਿਆ, ਉਹ ਸਾਨੂੰ ਮਿਲਾ ਦੇ ਦਿਓ, ਵੀ ਲੈ ਜਾਓ, ਅਸੀਂ ਵੀ ਜਾਣਾ ਹੈ। ਬਹੁਤ ਅੱਛੇ, ਵੈਰੀ ਗੁੱਡ ਵੈਰੀ ਗੁੱਡ।
ਅੱਛਾ, ਹੁਣ 1000 ਸਾਲਾ ਬਾਦਸ਼ਾਹੀ 'ਚ ਰਹਿਣੇ ਵਾਲਿਆਂ ਦੇ ਕੀ ਲਿਵਿੰਗ ਕੰਡੀਸ਼ਨਸ ਦੇ ਲਫ਼ਜ਼ ਹੈ ਹਾਂ ਕਿ ਰਹਿਣ ਵਾਲਿਆਂ ਦੇ ਕੀ ਹਾਲਾਤ ਹੋਣਗੇ 1000 ਸਾਲਾ ਬਾਦਸ਼ਾਹੀ 'ਚ, ਭਈ ਰਹਿਣ ਵਾਲਿਆਂ ਦੇ ਕੀ ਹਾਲਾਤ ਹੋਣਗੇ। ਅੱਛਾ, ਇਹਦੇ ਵਿੱਚ ਬੜੇ ਪੁਆਇੰਟ ਨੇ। ਨੰਬਰ 1 ਲਿਖੋ, ਹੈ ਜੀ, ਇਹ ਹੈਡਿੰਗ ਹੈ ਨਾ, ਭਈ 1000 ਸਾਲਾ ਬਾਦਸ਼ਾਹੀ ਮਿਲੀਨੀਅਮ ਦੇ ਵਿੱਚ ਲਿਵਿੰਗ ਕੰਡੀਸ਼ਨਸ ਕੀ ਹੋਣਗੀਆਂ ਜਾਂ ਰਹਿਣੇ ਵਾਲਿਆਂ ਦੇ ਕੀ ਹਾਲਾਤ ਹੋਣਗੇ। ਨੰਬਰ 1, ਸ਼ੈਤਾਨ ਜਿਹੜਾ ਹੈ ਇਹ ਬਣਿਆ ਜਾਏਗਾ 1000 ਸਾਲਾ ਬਾਦਸ਼ਾਹੀ ਸ਼ੁਰੂ ਹੋਣ ਤੋਂ ਪਹਿਲੇ, ਤੇ ਕੋਈ ਅਜ਼ਮਾਣੇ ਵਾਲਾ ਕੋਈ ਵੀ ਨਹੀਂ ਹੋਏਗਾ, ਹੈ ਕੋਈ ਟੈਂਪਟੇਸ਼ਨ ਨਹੀਂ ਹੋਏਗੀ। ਰੈਵਲੇਸ਼ਨ ਚੈਪਟਰ 20 ਮੁਕਾਸ਼ਫਾ 20 ਦੀ 1 ਤੋਂ 10 ਦੇ ਵਿੱਚ ਇਹਦਾ ਪਲਾਨ ਦੱਸਿਆ ਦਾ ਸਾਰਾ, ਹੈ ਨਾ। ਇਹ ਡਕਿਆ ਜਾਏਗਾ 1000 ਸਾਲਾ ਬਾਦਸ਼ਾਹੀ ਲਈ, ਫਿਰ ਥੋੜ੍ਹੀ ਦੇਰ ਲਈ ਖੋਲ੍ਹਿਆ ਜਾਏਗਾ, ਕਰਦਿਆਂ ਕਰਾਂਦਿਆਂ ਇਹ ਫਿਰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਜਾਏਗਾ। 1000 ਸਾਲਾ ਬਾਦਸ਼ਾਹੀ ਸ਼ੁਰੂ ਹੋਣ ਤੋਂ ਬਾਅਦ ਦੀ ਗੱਲ ਹੈ। ਚਲੋ 1000 ਸਾਲਾ ਬਾਦਸ਼ਾਹੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸ਼ੈਤਾਨ ਬਣਿਆ ਜਾਏਗਾ ਤੇ ਅਜ਼ਮਾਣੇ ਵਾਲਾ ਕੋਈ ਨਹੀਂ ਹੋਏਗਾ। ਯਸਾਇਆ 24 ਦੀ 21, ਅਜ਼ਾਇਆ 25 ਦੀ 7, ਇਹਨਾਂ ਵਿੱਚੋਂ ਇੱਕ ਅੱਧੀ ਪੜ੍ਹ ਦਿਓ। ਯਸਾਇਆ ਦੇ ਵਿੱਚ ਵੇਖ ਲਓ ਕਿ ਪ੍ਰੋਫਸੀ ਹੋਈ ਸੀ, ਹੈ ਨਾ, ਕੋਈ ਦੇਖ ਲਓ। ਹਾਂਜੀ, ਤੇ ਯਸਾਇਆ ਮਤਲਬ ਕੋਈ ਅਜ਼ਮਾਇਸ਼ ਨਹੀਂ ਹੋਏਗੀ ਕਿਉਂਕਿ ਸ਼ੈਤਾਨ ਨੇ ਹੋਣਾ ਹੀ ਨਹੀਂ, ਤਾਂ ਕੋਈ ਅਜ਼ਮਾਣੇ ਵਾਲਾ ਨਹੀਂ ਹੋਏਗਾ ਜੀ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਯਸਾਇਆ 24 ਦੀ 21 ਦੇ ਵਿੱਚ ਲਿਖਿਆ ਹੈ, ਉਸ ਸਮੇਂ ਪ੍ਰਭੂ ਉੱਪਰਲੀਆਂ ਸ਼ਕਤੀਆਂ ਅਤੇ ਧਰਤੀ ਦੇ ਸ਼ਾਸਕਾਂ ਨੂੰ ਸਜ਼ਾ ਦੇਵੇਗਾ। ਹਾਂਜੀ, ਤੇ 25 ਦੀ 7 ਦੇ ਇਹ ਮਤਲਬ ਸਜ਼ਾ ਦੇਗਾ ਮੀਨਸ ਉਹ ਤੇ ਡਕਿਆ ਸ਼ੈਤਾਨ ਨੂੰ ਡਕਿਆ ਹੋਏਗਾ। ਹਾਂਜੀ, ਤੇ 25 ਦੀ 7 ਦੇ ਵਿੱਚ ਲਿਖਿਆ ਹੈਗਾ ਇਜ਼ਾਇਆ ਦੀ, ਉਹਦੇ ਵਿੱਚ ਲਿਖਿਆ ਹੈ, ਉੱਥੇ ਉਹ ਅਚਾਨਕ ਸਭ ਕੌਮਾਂ ਉੱਤੇ ਹੋਏ ਦੁੱਖਾਂ ਦੇ ਬੱਦਲ ਨੂੰ ਦੂਰ ਕਰੇਗਾ। ਉਹੀ ਹੈ ਸ਼ੈਤਾਨ, ਜਿੱਥੇ ਸ਼ੈਤਾਨ ਹੈ ਉੱਥੇ ਦੁੱਖ ਤਕਲੀਫ ਹੈ। ਯੂਹੰਨਾ 10:10। ਹਾਂਜੀ ਹਾਂਜੀ। ਅੱਛਾ, ਸੋ ਨੰਬਰ 1 ਪੁਆਇੰਟ ਕਿ 1000 ਸਾਲਾ ਬਾਦਸ਼ਾਹੀ 'ਚ ਲਿਵਿੰਗ ਕੰਡੀਸ਼ਨ ਕੀ ਹੋਣੀ ਹੈ ਕਿ ਰਹਿਣੇ ਦੇ ਕੀ ਹਾਲਾਤ ਹੋਣਗੇ, ਮਤਲਬ ਦੁੱਖ ਨਹੀਂ ਹੋਣਾ, ਕੋਈ ਅਜ਼ਮਾਣੇ ਵਾਲਾ ਨਹੀਂ। ਹਾਂ, ਦੁੱਖ ਨਹੀਂ ਹੋਏਗਾ। ਦੂਸਰਾ, ਯੂਨੀਵਰਸਲ ਪੀਸ ਹੋਏਗਾ, ਪੂਰੀ ਦੁਨੀਆ ਦੇ ਵਿੱਚ ਅਮਨ ਹੋਏਗਾ। ਇਹਦਾ ਮਤਲਬ ਇਹ ਹੈ ਕਿ ਨਾ ਤੇ ਹਵਾਲੇ ਬਾਅਦ ਵਿੱਚ ਦਿਖਾ ਦੇਣਾ ਕਿ ਨਾ ਤੇ ਕੋਈ ਫੌਜਾਂ ਦੀ ਲੋੜ ਪੈਣੀ ਹੈ। ਫੌਜਾਂ ਕਿਉਂ ਹੁੰਦੀਆਂ ਨੇ ਯਾਰ, ਕੋਈ ਆਣ ਕੇ ਹਮਲਾ ਨਾ ਕਰ ਦੇ, ਠੀਕ ਹੈ, ਤੇ ਨਾ ਹੀ ਉਹਨਾਂ ਨੂੰ ਮੇਨਟੇਨ ਕਰਨ ਲਈ ਕੋਈ ਖਰਚਾ ਹੋਏਗਾ, ਟੈਕਸ ਵਗੈਰਾ ਬਚਾਇਆ ਜਾਏਗਾ, ਕੋਈ ਜ਼ਾਤ ਪਾਤ ਦਾ ਚੱਕਰ ਨਹੀਂ, ਇਹ ਫਲਾਣੇ ਧਰਮ ਦਾ ਫਲਾਣੇ ਧਰਮ ਦਾ, ਹੈ ਨਾ। ਕਿਉਂ ਜੇ ਸਭ ਕੌਮਾਂ ਉਸ ਵੇਲੇ ਉਹਨਾਂ ਦਾ ਧਿਆਨ ਪ੍ਰਭੂ ਯਿਸੂ ਵੱਲ ਹੋਏਗਾ, ਠੀਕ ਹੈ। ਤੇ ਜ਼ਾਹਿਰ ਹੈ ਫਿਰ ਜੇ ਅਮਨ ਹੋਏਗਾ ਤੇ ਕੋਈ ਜੰਗਾਂ ਨਹੀਂ ਹੋਣਗੀਆਂ, ਕੋਈ ਧਰਮ ਦੇ ਚੱਕਰ ਚੁੱਕਰ ਨਹੀਂ ਹੋਣਗੇ। ਸੋ ਲੋਕ ਉਸ ਦੌਰ ਵਿੱਚ ਪੂਰੇ ਸੈਟਿਸਫਾਈਡ ਹੋਣਗੇ, ਕੀ ਹੋਣਗੇ, ਮੁਤਮਿਨ ਹੋਣਗੇ। ਸਿਰਫ ਖੁਦਾ ਦੀ ਭਲਾਈ ਤੇ ਉਹਦੀ ਬਾਦਸ਼ਾਹੀ ਦੇ ਗੁਣ ਹੀ ਗਾਉਂਦੇ ਰਹਿਣਗੇ। ਵਾਹ ਮੌਲਾ, ਇਹੋ ਜਿਹਾ ਤੇ ਵੇਲਾ ਹੀ ਨਹੀਂ ਵੇਖਿਆ ਹੈ, ਕਿਉਂਕਿ ਸਾਡੇ ਜ਼ਿਹਨਾਂ 'ਚ ਬਸ ਐਂਡ ਹੋ ਗਿਆ ਤੇ ਬਸ ਉਹ ਅੱਗੇ ਤੇ ਸਮਾਂ ਆ ਰਿਹਾ। ਦੇਖੋ ਲੋਕਾਂ ਦੀ ਮਲਾਕੀ 1 ਦੀ 1 ਤੇ ਪੜ੍ਹ ਦਿਓ 11, ਮਲਾਕੀ ਚੈਪਟਰ 1:11 ਇਹ ਪੜ੍ਹ ਦਿਓ, ਤੇ ਉਸ ਤੋਂ ਪਿੱਛੇ ਯੂਨੀਵਰਸਲ ਪੀਸ ਦੇ ਹਵਾਲੇ ਮੈਂ ਲਿਖਾਉਣ ਲੱਗਾ। ਠੀਕ ਹੈ ਜੀ। ਪਹਿਲੇ ਇਹ ਦੇਖੋ ਕਿ ਉਹਦੀ ਬਾਦਸ਼ਾਹੀ ਦੇ ਗੁਣ ਗਾਣਗੇ। ਹਾਂ, ਕਾਹਦੇ ਲਈ? ਬਾਕੀ ਬਿਮਾਰੀ ਲੋਕ ਕਿੱਦਾਂ ਹੋਏਗੀ, ਲੋਕਾਂ ਦੀ ਉਮਰ ਕਿੰਨੀ ਹੋਏਗੀ ਜੀ, ਉਹ ਵੀ ਆ ਰਿਹਾ ਯਾਰ। ਤੁਸੀਂ ਬਹੁਤ ਅੱਛਾ ਨਹੀਂ ਠੀਕ ਹੈ, ਤੁਸੀਂ ਪੁਆਇੰਟ ਦੇ ਦਿੰਦੇ ਹੋ ਤੇ ਆ ਹੀ ਜਾਂਦਾ ਹੈ। ਜੀ ਓਕੇ ਜੀ। ਮਲਾਕੀ 1000 ਸਾਲ ਤੇ ਐਵੇਂ ਹੀ ਹੋਣੀ ਹੈ। ਚਲੋ, ਕਿਉਂਕਿ ਅੱਗੇ ਆਪਾਂ ਗੱਲਾਂ ਕੀਤੀਆਂ ਨਾ, ਹੁਣ ਉਹ ਤਾਂ ਹੀ ਮੈਂ ਸਿੱਖ ਲਿਆ ਜੀ। ਹਾਂਜੀ, ਮਲਾਕੀ 1 ਦੀ 11 ਦੇ ਵਿੱਚ ਲਿਖਿਆ ਹੈ, ਕੀ ਹੈ ਇਹਦੇ 'ਚ? ਹਾਂਜੀ, ਪੂਰਨ ਧਰਤੀ ਉੱਤੇ, ਪੂਰਨ ਧਰਤੀ ਸਾਰੀ ਧਰਤੀ ਉੱਤੇ, ਯੂਨੀਵਰਸਲ, ਹਾਂ, ਪੂਰਨ ਧਰਤੀ ਉੱਤੇ ਲੋਕਾਂ ਵਿੱਚ ਮੇਰਾ ਨਾਮ ਮਹਾਨ ਹੈ। ਹਰ ਥਾਂ ਲੋਕ ਮੇਰੇ ਸਾਹਮਣੇ ਧੂਪ
ਦਿਖਾਉਂਦੇ ਅਤੇ ਸ਼ੁਭ ਭੇਟਾਂ ਚੜਾਉਂਦੇ ਹਨ। ਹਰ ਕੋਈ ਮੇਰਾ ਨਾਂ ਨੂੰ ਮਹਾਨ ਕਹਿੰਦਾ ਹੈ। ਠੀਕ ਹੈ। ਹਾਂ। ਉਹ ਆਪਸ ਵਿੱਚ ਤੇ ਛੱਡ ਕੇ ਤੇ ਉਧਰ ਉਹਨਾਂ ਦਾ ਤਵੱਜੋ ਲੱਗ ਜਾਏਗਾ। ਉਹ ਇਹ ਸਾਰੇ ਹਾਲਾਤ ਦੇਖ ਕੇ ਤੇ ਪ੍ਰਭੂ ਯਿਸੂ ਦੇ ਹੀ ਗੁਣ ਗਾਣੇ ਨੇ। ਅੱਛਾ, ਇਹ ਯੂਨੀਵਰਸਲ ਪੀਸ ਦੇ ਮੁਤਲਕ ਪਲੀਜ਼ ਤੁਸੀਂ ਲਿਖ ਲਓ। ਹਾਂਜੀ। ਪੂਰੀ ਦੁਨੀਆ 'ਚ ਹੋਏਗਾ। ਅਜ਼ਾਇਆ ਦੇ ਕੁਝ ਹਵਾਲੇ 2 ਲਿਖ ਲਓ। ਅਜ਼ਾਇਆ ਚੈਪਟਰ 2 ਵਰਸ 4, ਯਸਾਇਆ 2 ਦੀ 4 ਤੇ ਯਸਾਇਆ 9 ਦੀ 6 ਤੇ 7, ਅਜ਼ਾਇਆ ਚੈਪਟਰ 9 ਵਰਸ 6 ਤੇ 7, ਅਜ਼ਾਇਆ 9 ਦੀ 6 ਤੇ 7 ਤੇ ਮਾਈਕਾ ਕੀ ਕਹਿ ਲਓ, ਮੀਕਾ 4 ਦੀ 3 ਤੇ 4, ਮੀਕਾ ਕਿਤਾਬ ਹੈਗੀ। ਇਹ ਹਵਾਲੇ ਨੇ ਕਿ ਯੂਨੀਵਰਸਲ ਅਮਨ ਹੋਏਗਾ ਉਦੋਂ, ਇਸੇ ਲਈ ਕਿ ਦੇਖੋ ਨਾ ਇਹ ਭਵਿੱਖਬਾਣੀ ਹੋਈ ਸੀ। 4 ਨੇਮ ਨੇ ਯਿਸੂ ਦੇ ਯਸਾਇਆ ਨੇ ਦੱਸੇ ਸਨ। ਹੈ ਕਿਹੜੇ? ਸ਼ਾਂਤੀ ਦਾ ਰਾਜਕੁਮਾਰ, ਪ੍ਰਿੰਸ ਆਫ ਪੀਸ। ਇਹ ਉਹ ਦੌਰ ਹੈ ਯਿਸੂ ਆਪਣੇ ਇੱਥੇ ਯਿਸੂ 1000 ਸਾਲਾ ਬਾਦਸ਼ਾਹੀ 'ਚ ਆਪਣੇ ਤਖਤ ਉੱਤੇ, ਥਰੋਨ ਉੱਤੇ ਜਾਂ ਸਿੰਘਾਸਣ ਉੱਤੇ ਬਹੇਗਾ। ਇਸ ਲਈ ਪ੍ਰਿੰਸ ਆਫ ਪੀਸ। ਠੀਕ ਹੈ। ਉਹ ਤੇ ਐਵੇਂ ਹੀ ਉਹ ਜਿਹੜਾ ਐਂਟੀ ਕ੍ਰਾਈਸਟ ਹੈ ਉਹ ਤੇ ਫੇਕ ਪੀਸ ਟ੍ਰੀਟੀ ਕਰਾਏਗਾ। ਠੀਕ ਹੈ। ਅੱਛਾ, ਇਹਦੇ ਵਿੱਚ 4 ਨਾਮ ਕਿਹੜੇ? ਪਹਿਲਾ ਪੁਆਇੰਟ ਸੀ ਸ਼ੈਤਾਨ ਬਣਿਆ ਜਾਏਗਾ। ਦੂਸਰਾ ਕੀ ਸੀ? ਯੂਨੀਵਰਸਲ ਪੀਸ ਹੈ। ਤੀਸਰਾ ਜਿਹੜਾ ਯੂਨੀਵਰਸਲ ਪ੍ਰੋਸਪਰਿਟੀ ਹੋਣੀ ਹੈ। ਉਹ ਕੋਈ ਗਰੀਬ ਨਹੀਂ ਹੋਣਾ ਉਦੋਂ। ਹਾਂ, ਯੂਨੀਵਰਸਲ ਪ੍ਰੋਸਪਰਿਟੀ ਹੋਏਗੀ। ਨਾ ਕੋਈ ਜੌਬਲੈਸ ਹੋਏਗਾ ਤੇ ਨਾ ਕੋਈ ਗਰੀਬ ਹੋਗਾ। ਜਿਹੜਾ ਪੈਸਾ ਇਹ ਨਸ਼ਿਆਂ 'ਚ ਲੱਗਦਾ ਸੀ ਨਾ, ਬਿਮਾਰੀਆਂ, ਤੰਬਾਕੂ, ਨਸ਼ੇ, ਬਿਮਾਰੀਆਂ ਹਸਪਤਾਲਾਂ 'ਚ, ਜਾਂ ਜਿਹੜੇ ਲੋਕ ਜੁਰਮ ਕਰਦੇ ਸਨ, ਹੈ ਜੀ, ਤੇ ਜਾਂ ਇਹ ਜਿਹੜਾ ਸੰਘਾਰ ਮੰਗਾਰ ਕਾਸਮੈਟਿਕਸ ਕਹਿ ਲਓ, ਇਹ ਭਲੇ ਕੰਮਾਂ 'ਚ ਇਸਤੇਮਾਲ ਹੋਏਗਾ। ਉਦੋਂ ਲੋਕਾਂ ਨੂੰ ਧਿਆਨ ਹੀ ਨਹੀਂ ਹੋਣਾ, ਨਾ ਇਸ ਪਾਸੇ ਜਾਣਾ। ਠੀਕ ਹੈ। ਤੇ ਕੋਈ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਹੋਣਗੇ। ਹਵਾਲੇ ਲਿਖ ਲਓ ਇਹਦੇ, ਹੈ ਜੀ। ਇੰਨਾ ਪੈਸਾ ਹੋਣਾ ਹੈ, ਲੋਕਾਂ ਨੂੰ ਫਿਕਰ ਹੀ ਨਹੀਂ ਹੋਣੀ। ਪ੍ਰੋਸਪਰਿਟੀ ਦੇਖੋ, ਯਸਾਇਆ 65 ਦੀ 24, ਅਜ਼ਾਇਆ 65 ਦੀ 24, ਮਾਈਕਾ ਜਾਂ ਮੀਕਾ 4 ਦੀ 4 ਤੇ 5 ਆਇਤ। ਮਾਈਕਾ ਚੈਪਟਰ 4, ਮੀਕਾ ਚੈਪਟਰ 4 ਵਰਸ 4 ਐਂਡ 5। ਠੀਕ ਹੈ। ਸੋ ਇਹ ਸਾਰੀਆਂ ਗੱਲਾਂ ਇਹਨਾਂ ਹਵਾਲਿਆਂ 'ਚ ਬਿਲਕੁਲ ਮਤਲਬ ਹੈ ਕਿ ਕਿਹੜਾ ਟੌਪਿਕ ਅਸੀਂ ਦੇਖਿਆ? ਯੂਨੀਵਰਸਲ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਖੁਸ਼ਹਾਲੀ ਹੋਈ। ਠੀਕ ਹੈ। ਉਹਦੇ ਬਾਅਦ ਜੀ ਚੌਥਾ ਪੁਆਇੰਟ ਲਿਖ ਲਓ ਇਹਦੇ ਵਿੱਚ। ਇਹ ਕਿਹਦੇ ਵਿੱਚ ਲਿਖ ਰਹੇ ਹਾਂ ਕਿ ਇਹ ਲਿਵਿੰਗ ਕੰਡੀਸ਼ਨਸ ਕੀਆਂ ਹੋਣਗੀਆਂ, ਭਈ ਕਿੰਝ ਆਪਾਂ ਰਹਿਣਾ, ਹੈ ਨਾ। ਪਹਿਲਾਂ ਦੇਖਿਆ ਸ਼ੈਤਾਨ ਬਣਿਆ ਜਾਏਗਾ। ਦੂਜਾ ਆਪਾਂ ਦੇਖਿਆ ਸੀ ਕਿ ਕੀ ਸੀ, ਹੈ ਨਾ। ਦੂਜਾ ਦੇਖਿਆ ਸੀ ਅਮਨ ਹੋਏਗਾ। ਤੀਸਰਾ ਜਿਹੜਾ ਇਹ ਖੁਸ਼ਹਾਲੀ ਹੋਏਗੀ। ਚੌਥਾ ਜਿਹੜਾ ਇਹ ਫਾਈਨੈਂਸ਼ੀਅਲ ਸਿਸਟਮ ਕੀ ਹੋਣਾ ਹੈ, ਯਾਨੀ ਮਾਲੀ ਹਾਲਾਤ ਕੀ ਹੋਣੇ ਨੇ। ਠੀਕ ਹੈ। ਦੇਖੋ ਜੀ, ਸ਼ਰੀਅਤ ਲਾਅ ਆਉਣ ਤੋਂ ਪਹਿਲੇ, ਨੇਮ ਆਉਣ ਤੋਂ ਪਹਿਲੇ ਵੀ ਦਾਇਕੀ ਦਿੱਤੀ ਜਾਂਦੀ ਸੀ। ਤੁਹਾਡਾ ਟੌਪਿਕ ਆ ਗਿਆ ਹੈ। ਤੇ ਮਲਾਕੀ 3 ਦੀ 7 ਤੋਂ 12, 3 ਦੀ 7 ਤੋਂ 12। ਹਾਂ, ਇਹ ਅੱਛਾ ਜਿਹੜਾ ਨਾ ਲਾਅ ਆਉਣ ਤੋਂ ਪਹਿਲੇ ਦੇ ਹਵਾਲੇ ਲਿਖ ਲਓ। ਜੈਨਸਿਸ 14 ਦੀ 20, ਆਈ ਐਮ ਸੌਰੀ, 14 ਦੀ 20 ਤੇ ਜੈਨਸਿਸ ਜਾਂ ਉਤਪਤੀ ਜਾਂ ਉਤਪੁਤ ਪੈਦਾਇਸ਼ 14 ਦੀ 20 ਤੇ 28 ਦੀ 22। ਤੇ ਮਲਾਕੀ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਸ਼ਰੀਅਤ ਆਉਣ ਤੋਂ ਪਹਿਲੇ, ਫਿਰ ਲਾਅ ਦੇ ਵਿੱਚ ਵੀ ਜ਼ਰੂਰੀ ਸੀ। ਤੇ ਫਿਰ ਸ਼ਰੀਅਤ ਦੇ ਵਿੱਚ ਹੋਰ ਹਵਾਲੇ ਲਿਖ ਲਓ। ਲੇਵੀਆਂ, ਲਿਵਿਟਿਕਸ, ਐਬਾਰ 27 ਦੀ 30 ਤੋਂ 35, ਨੰਬਰਸ ਗਿਣਤੀ 18 ਦੀ 21, ਨਹਿਮੀਆ 10 ਦੀ 37, ਨਹਿਮੀਆ ਚੈਪਟਰ 10 ਵਰਸ 37, ਨਹਿਮੀਆ ਚੈਪਟਰ 13 ਵਰਸ 10 to 12, ਤੇ ਪ੍ਰੋਵਰਬਸ
ਕਹਾਵਤਾਂ ਇਮਸਾਲ 3 ਦੀ 9 ਤੇ 10 ਤੇ ਹੋਰ ਵੀ ਬੜੇ ਹਵਾਲੇ ਜੀ ਹਨਾ ਹੈ ਕਿ ਜਿਹੜੀ ਲਾ ਤੋਂ ਪਹਿਲਾਂ ਦਿੱਤੀ ਇਹ ਜਾਂਦੀ ਲਾ ਤੋਂ ਪਹਿਲੇ ਤੇ ਉਤਪਤੀ ਸੀ, ਫਿਰ ਲਾਅ ਆਇਆ, ਉਹਦੇ ਵਿੱਚ ਵੀ ਦਿੱਤੀ ਜਾ ਰਹੀ ਹੈ। ਤੇ ਮੱਤੀ 23:23 ਲਿਖੋ, ਤੇ ਰੋਮਨਸ 2:22, ਮੈਥਿਊ ਚੈਪਟਰ 23:23, ਰੋਮਨਸ 2:22, 1 Corinthians chapter 9 verse 7 to 18. So 1 Corinthians chapter 16 first 3 verses, ਪਹਿਲਾ ਕਰੰਥੀਆਂ 16 ਦੀ 1 ਤੋਂ 3, ਅਬਰਾਨੀਆਂ 7ਵਾਂ ਚੈਪਟਰ ਪੂਰਾ। ਪਹਿਲਾ ਕਰੰਥੀਆਂ 16 ਦੇ 1 ਤੋਂ 3, ਹਾਂਜੀ ਫਿਰ ਕੀ ਹੈ ਹਾਂਜੀ, ਉਸ ਤੋਂ ਬਾਅਦ ਕੀ ਸੀਗਾ ਕਰੰਥੀਆਂ ਤੋਂ ਬਾਅਦ? ਹਿਬਰੂ ਕਰੰਥੀਆਂ 16 ਦੀ 1 ਤੋਂ 3, ਹਾਂ ਤੇ ਹਿਬਰੂ 7ਵਾਂ ਚੈਪਟਰ ਸਾਰਾ। ਓਕੇ, ਇਹ ਟਾਈਪ ਦੇ ਬਾਰੇ ਤੇ ਇਹ ਸਾਰੀ ਇਸੇ ਬਾਰੇ 'ਚ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਹੀ ਸਿਸਟਮ ਜਿਹੜਾ ਹੈ ਇਹ 1000 ਸਾਲਾ ਬਾਦਸ਼ਾਹੀ 'ਚ ਵੀ ਹੋਏਗਾ ਜੀ। ਅਸੀਂ ਤੇ ਇੱਥੇ ਹੀ ਲੜਦੇ ਫਿਰਦੇ ਰਹੇ ਹਾਂ ਕਿ ਤੇ ਪੁਰਾਣੇ ਨੇਮ ਦੇ ਵਿੱਚ ਚਰਚ ਵਿੱਚ ਨਹੀਂ, ਤੇ ਮਾਫ ਕਰਨਾ ਕਿ ਮੇਰੇ ਜੇ ਬੰਦੇ ਵੀ ਕਹਿੰਦੇ ਜੀ ਉਹ ਲੋੜ ਹੀ ਨਹੀਂ, ਉਹ ਨਹੀਂ ਲੋੜ ਨਾ, ਤੇ ਤਿਆਰ ਰਹੋ, ਦੁਆ ਕਰੋ ਕਿ ਉੱਥੇ ਪਹੁੰਚੋਗੇ ਨਾ ਤਾਂ ਉੱਥੇ ਤੇ ਦੇਣੀਆਂ ਹੀ ਦੇਣੀਆਂ ਨੇ, ਤਾਂ ਹੁਣ ਹੀ ਦੇਣੀ ਸ਼ੁਰੂ ਕਰ ਦਿਓ ਯਾਰਾ। ਮਤਲਬ ਗੁੱਸੇ 'ਚ ਨਹੀਂ ਪਿਆ ਨਹੀਂ ਜਸਵਿੰਦਰ ਜੀ। ਹਾਂਜੀ, ਇਹਦੇ ਵਿੱਚੋਂ ਕੋਈ ਹੈ ਕੋਈ ਜਿਹੜੀ ਆਇਤ ਜਿਹੜੀ ਵੀ ਮਿਲੇਨੀਅਮ ਦੇ ਵਿੱਚ ਵੀ ਟਾਈਪਿੰਗ ਹੋਣੀ ਹੈ, ਇਹਦੇ ਵਿੱਚ ਕੁਝ ਇਹਦੇ ਵਿੱਚ ਆਪਾਂ ਕੋਈ ਪੜ੍ਹਦੀ ਹੈ ਕੋਈ ਜੀ? ਇਹਦੇ ਵਿੱਚ ਆਇਤਾਂ ਪੜ੍ਹੋ ਨਾ ਜੀ। ਇਹਦੇ ਵਿੱਚ ਮੇਰਾ ਖਿਆਲ ਹੈ ਕਿ ਪੁਰਾਣੇ ਨੇਮ ਦੇ ਵਿੱਚ ਵੀ ਇਹ ਭਵਿੱਖਬਾਣੀਆਂ ਨੇ, ਤੇ ਇਹ ਨਵੇਂ ਨੇਮ ਵਿੱਚ ਵੀ ਤੁਸੀਂ ਦੇਖ ਲਓ। ਅਬਰਾਨੀਆਂ 7 ਚੈਪਟਰ ਐਕਚੁਅਲੀ ਪੂਰਾ ਹੈ, ਤੇ ਪਹਿਲਾ ਕਰੰਥੀਆਂ 16 ਦੀ 1 ਤੋਂ 3 ਦੇਖ ਲਓ। ਰੋਮਨਸ 2:22 ਵੇਖੋ, ਰੋਮਨਸ 2:22 ਪੜ੍ਹੀ ਹਾਂ ਦੇਖ ਲਓ, ਵਿੱਚੋਂ ਆਇਤਾਂ ਚੁੱਕ ਕੇ ਦੇਖ ਲਓ। ਹਾਂਜੀ, ਰੋਮੀਆਂ 2:22 ਦੇ ਵਿੱਚ ਲਿਖਿਆ ਹੈ ਜੀ, ਤੂੰ ਕਹਿੰਦਾ ਹੈ ਵਿਚਾਰ ਨਾ ਕਰ, ਪਰ ਕੀ ਤੂੰ ਆਪ ਵਿਚਾਰ ਨਹੀਂ ਕਰਦਾ ਹੈ? ਤੂੰ ਮੂਰਤੀਆਂ ਨੂੰ ਘਿਰਣਾ ਕਰਦਾ ਹੈ, ਪਰ ਕੀ ਤੂੰ ਆਪ ਹੀ ਮੰਦਰਾਂ ਨੂੰ ਨਹੀਂ ਲੁੱਟਦਾ ਹੈ? ਹਾਂਜੀ, ਇਹ ਹਾਂਜੀ, ਮਤਲਬ ਇਹ ਵੇ ਮੰਦਰਾਂ ਨੂੰ ਲੁੱਟਦਾ ਹੈ, ਜਿਹੜਾ ਖੁਦਾ ਦਾ ਹਿੱਸਾ ਹੈ ਉਹਨੂੰ ਨਹੀਂ ਲੈ ਰਿਹਾ। ਇਹ ਇੱਕ ਹੈ, ਜੇ ਆਪਾਂ ਨਹੀਂ ਦਿੰਦੇ ਤਾਂ ਉਹ ਲੁੱਟ ਰਹੇ। ਦੇਖੋ ਨਾ ਮਲਾਕੀ 3 ਦੀ ਅਗਰ ਦੇਖਿਆ ਜਾਏ 9-10 ਵਿੱਚ ਕਿ ਉਹ ਤੁਸੀਂ ਮੈਨੂੰ ਲੁੱਟਦੇ ਹੋ, ਉਹ ਕਹਿੰਦਾ ਕਾਹਦੇ ਲਈ ਲੁੱਟਦੇ ਹੋ? ਦਸਵੰਧ 'ਚ ਲੁੱਟਦੇ ਹੋ, ਉਹਦੇ 'ਚ ਲੁੱਟਦੇ। ਨਵੇਂ ਨੇਮ ਦੇ ਵਿੱਚ ਹੋਰ ਦੇਖ ਲਓ, ਪਹਿਲਾਂ ਕਰੰਥੀਆਂ 9 ਦੀ ਵੈਸੇ ਲੰਮੀਆਂ ਹੀ ਵਰਸਿਸ ਨੇ, ਦੇਖ ਲਓ 16 ਦੀ 1 ਤੋਂ 3 ਦੇਖ ਲਓ। ਹਾਂਜੀ, ਪਹਿਲਾ ਕਰੰਥੀਆਂ, ਹਾਂਜੀ, ਮਤਲਬ ਇਹ ਵੀ ਇਨਡਾਇਰੈਕਟਲੀ ਤੇ ਉਹਨੇ ਦੱਸਿਆ। ਹੁਣ ਇਹ ਤੇ ਬਲੀਵਰਸ ਨੂੰ ਕਹਿ ਰਿਹਾ, ਜਿਹੜਾ ਖੁਦਾ ਦਾ ਹਿੱਸਾ ਹੈ ਉੱਥੇ ਨਹੀਂ ਦੇ ਰਹੇ ਤੇ ਉਹ ਲੁੱਟਣਾ ਹੀ ਹੋ ਗਿਆ ਜੀ। ਹਾਂ ਬਿਲਕੁਲ ਜੀ। ਤੇ ਪਹਿਲਾ ਕਰੰਥੀਆਂ 16 ਦੀ 1 ਤੋਂ 3 ਲਿਖਿਆ, ਹਾਂਜੀ, ਆਪਣੇ ਵਿਸ਼ਵਾਸੀ ਭਰਾਵਾਂ ਦੇ ਲਈ ਚੰਦਾ ਇਕੱਠਾ ਕਰ, ਸੰਬੰਧੀ ਉਹਨੂੰ ਵੀ ਕੁਝ ਕਰਨਾ ਚਾਹੀਦਾ ਹੈ ਕਿ ਉਹ ਮੈਂ ਗਲਾਤੀਆਂ ਵਿੱਚ ਵਿਸ਼ਵਾਸ ਸੰਗਤਾਂ ਨੂੰ ਕਰਨ ਲਈ ਕਿਹਾ ਹੈ। ਹਰ ਐਤਵਾਰ ਨੂੰ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਆਮਦਨ ਦੇ ਕੁਝ ਹਿੱਸਾ ਵੱਖਰਾ ਰੱਖ ਲਵੇ, ਤਾਂ ਜੋ ਮੇਰੇ ਆਉਣ 'ਤੇ ਤੁਹਾਨੂੰ ਚੰਦਾ ਨਾ ਇਕੱਠਾ ਕਰਨਾ ਪਵੇ। ਜਦੋਂ ਮੈਂ ਆਵਾਂਗਾ ਤਾਂ ਤੁਹਾਡੀਆਂ ਚੁਣੀਆਂ ਹੋਈਆਂ ਆਦਮੀਆਂ ਨੂੰ ਆਪਣੇ ਵਿੱਚੋਂ ਇੱਕ ਪੱਤਰ ਦੇ ਕੇ ਯਰੂਸ਼ਲਮ ਘੱਲਾਂਗਾ ਕਿ ਉਹ ਤੁਹਾਡੇ ਚੰਦੇ ਨੂੰ ਉੱਥੇ ਪਹੁੰਚਦਾ ਕਰਨ। ਇਹ ਮਰਕਸ ਸੀਗਾ ਜਿਹੜਾ ਇਹਦੀ ਡਿਊਟੀ ਸੀ, ਬਰਨਾਬਾਸ ਦਾ ਬੜਾ ਤਲਕੀ ਬੰਦਾ ਸੀ। ਇਹ ਹੁਣ ਫਿਰ ਇੱਥੇ ਵੀ ਹੋ ਰਿਹਾ, ਪਹਿਲਾਂ ਨਵੇਂ ਪੁਰਾਣੇ ਨੇਮ ਵਿੱਚ ਵੀ ਹੋ ਰਿਹਾ ਸੀਗਾ, ਤੇ ਜ਼ਾਹਰ ਆ ਫਿਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸ ਤਰ੍ਹਾਂ ਹੈ। ਦੇਖੋ ਨਾ ਇਹ ਖੁਦਾ ਦਾ ਜਿਸ ਤਰ੍ਹਾਂ ਅਸਾਂ ਦੇਖਿਆ ਸੀ ਮੋਜ਼ਸ ਲਾਅ ਤੇ ਯਿਸੂ ਨੇ ਕਿਹਾ ਸੀ ਨਾ, ਯਾਰ ਤੁਸੀਂ ਸੌਂਫ ਤੇ ਜ਼ੀਰੇ ਉੱਤੇ 10% ਦਿੰਦੇ ਹੋ, ਜ਼ਰੂਰੀ ਸੀ ਕਿ ਉਹ ਵੀ ਦਿੰਦੇ ਤੇ ਆ ਵੀ ਦਿਓ। ਮਤਲਬ ਕਿੰਨਾ ਇੱਕ ਮੈਸੇਜ ਤੁਸੀਂ YouTube ਤੇ ਹੈ ਤੁਹਾਡਾ ਦਸਵੰਧ ਤੇ, ਉਹਦੇ ਵਿੱਚ ਬਹੁਤ ਕਲੀਅਰ ਹੈ। ਸੋ ਐਮ ਦਾ ਵੀ ਚਲੇਗਾ ਤੇ ਪੈਸਾ ਬਹੁਤ ਹੋਏਗਾ ਤੇ ਕੋਈ ਕਰਪਟ ਕੋਈ
ਕੋਈ ਪੋਲਿਟਿਕਸ ਕਰਪਟ ਨਹੀਂ Corruption ਨਹੀਂ ਹੋਈ, ਹੋਏਗੀ। ਕਰਪਸ਼ਨ ਨਹੀਂ ਹੋਈ। ਹੇਰਾਫੇਰੀ ਹਾਂਜੀ, ਨਾ, ਹਾਂ। ਉਹਦੀ ਵਜ੍ਹਾ ਕੀ ਹੈ ਕਿ ਮਸੀਹ ਤੇ ਉਹਦੇ ਜਿਹੜੇ ਗਲੋਰੀਫਾਈਡ ਜਾਂ ਜਿਹੜੇ ਉਹਦੇ ਯਾਰ ਕੀ ਕਹਿ ਲੋ ਸੰਤ ਨੇ, ਹਾਂ ਹਾਂ ਠੀਕ ਹੈ, ਸੰਤ ਲਫ਼ਜ਼ ਠੀਕ ਹੈ, ਹਾਂਜੀ ਮੁਕੱਦਸੀਨ, ਯਾ ਉਹ ਹੋਲੀਨੈਸ ਜਾਂ ਪਾਕੀਜ਼ਗੀ ਚ ਜਾਂ ਪਵਿੱਤਰਤਾਈ ਚ, ਸੱਚਾਈ ਦੇ ਵਿੱਚ ਤੇ ਧਾਰਮਿਕਤਾ ਦੇ ਵਿੱਚ ਹਕੂਮਤ ਕਰਨਗੇ। ਉਹ ਕਰਨਗੇ ਤੇ ਉਹ ਉੱਥੇ ਕਿਤੇ ਕਰਪਸ਼ਨ ਹੀ ਨਹੀਂ ਹੋਣੀ। ਉਹ ਜਦੋਂ ਕਰ ਰਹੇ ਨੇ ਕਰਪਸ਼ਨ ਨਹੀਂ ਹੋਣੀ। ਇਹ ਲਿਖ ਲਓ ਯਸਾਇਆ 32 ਦੀ 1 ਤੋਂ 5। ਅੱਛਾ ਟਾਈਮ ਹੋ ਗਿਆ। ਸੋ ਇੱਕ ਹਵਾਲਾ ਲਿਖ ਲਓ ਸਰ, ਇੱਕ ਹਵਾਲਾ ਉਹ ਯਸਾਇਆ 32 ਦੀ 1 ਤੋਂ 5। ਇਹ ਥੋੜਾ ਅਧੂਰਾ ਰਹਿ ਗਿਆ, ਫਿਰ ਸਹੀ ਅੱਗੇ ਕਰ ਜੀ ਹੋ ਗਿਆ ਜੀ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਵਚਨ ਦੇ ਲਈ, ਔਰ ਜੋ ਸਾਨੂੰ ਸਿਖਾ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ ਮਿਲੇਨੀਅਮ ਦੇ, ਔਰ ਉਸ ਤੋਂ ਬਾਅਦ ਵੀ ਪਰਮੇਸ਼ਰ ਪਿਤਾ ਆਸ ਵਚਨ ਦੇ ਲਈ ਸ਼ੁਕਰ ਕਰਦੇ ਹਾਂ। ਜੋ ਕੁਛ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਸਾਡੇ ਨਾਲ ਗੱਲਬਾਤ ਕੀਤੀ, ਉਹ ਸਾਰਾ ਵਚਨ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ, ਔਰ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਦੁਸ਼ਮਣ ਜੋ ਚੋਰੀਆਂ ਕਰਦਾ ਹੈ ਉਹ ਇਸ ਕੀਮਤੀ ਵਚਨ ਨੂੰ ਚੁਰਾ ਨਾ ਸਕੇ ਪਰਮੇਸ਼ਰ ਪਿਤਾ, ਔਰ ਇਹ ਵਚਨ ਵਧੇ ਫੁੱਲੇ ਬਹੁਤ ਸਾਰਾ ਫਲ ਲੈ ਕੇ ਆਵੇ, ਔਰ ਆਪ ਦੇ ਰਾਜ ਦੇ ਲਈ ਕੰਮ ਹੋਵੇ, ਔਰ ਮਜ਼ਬੂਤੀ ਦੇ ਨਾਲ ਇਹ ਪਰਮੇਸ਼ਰ ਪਿਤਾ ਕੰਮ ਕਰੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।